ਹਾਂ ਹੈਲੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਮੈਂ ਇਹ ਵੀਡੀਓ ਅਪਲੋਡ ਕਰ ਰਿਹਾ ਹਾਂ। ਬਾਣੀ ਵਿੱਚ ਮਨ ਦੇ ਬਾਰੇ ਵਿੱਚ ਗੁਰੂ ਸਾਹਿਬ ਨੇ ਬਹੁਤ ਸਾਰੇ ਉਪਦੇਸ਼ ਦਿੱਤੇ ਨੇ ਅਤੇ ਉਹਨਾਂ ਨੂੰ ਸਮਝਦੇ ਹੋਏ ਆਪਣੇ ਵਿਚਾਰ ਰੱਖ ਰਿਹਾ। ਕਹੁ ਨਾਨਕ ਸੁਨ ਰੇ ਮਨਾ। ਇੱਥੇ ਬਾਣੀ ਦੱਸ ਰਹੀ ਹੈ ਕਿ ਮਨ ਤੂੰ ਸੁਣ, ਜਾਗ ਰੇ ਮਨ ਜਾਗਨ ਹਾਰੇ। ਇਹ ਰਾਗੀ ਸਿੰਘ ਗਾ ਰਹੇ ਹਨ, ਪੂਰੀ ਸੰਗਤ ਸੁਣ ਰਹੀ ਹੈ, ਲੇਕਿਨ ਫਿਰ ਵੀ ਗੁਰੂ ਸਾਹਿਬ ਦੱਸ ਰਹੇ ਨੇ ਕਿ ਇਹ ਮਨਾ ਤੂੰ ਜਾਗ। ਇਨਸਾਨ ਦੀ ਅਵਸਥਾ ਜਾਗਰਤ ਹੈ, ਲੇਕਿਨ ਮਨ ਦੀ ਜਿਹੜੀ ਅਵਸਥਾ ਹੈ ਉਹ ਸੁੱਤੀ ਪਈ ਹੈ। ਕਹਿਣ ਦਾ ਮਤਲਬ ਹੈ ਮਨ ਸੁੱਤਾ ਵੀ ਰਹਿੰਦਾ ਹੈ ਤਾਂ ਵੀ ਇਨਸਾਨ ਜਾਗਦਾ ਰਹਿੰਦਾ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਗੁਰੂ ਸਾਹਿਬ ਦੱਸ ਰਹੇ ਨੇ ਕਿ ਇਹ ਮਨਾ ਤੂੰ ਜੋਤੀ ਦਾ ਸਰੂਪ ਹੈ, ਆਪਣੇ ਓਰੀਜਨ ਨੂੰ ਪਛਾਣ ਕਰ, ਮੂਲ ਨੂੰ ਪਛਾਣ। ਮਤਲਬ ਮੂਲ ਜਿਹੜਾ ਹੈ ਉਹ ਅਜੇ ਸੁੱਤਾ ਹੋਇਆ। ਮਨ ਮੈਗਲ, ਇਸ ਲਾਈਨ ਵਿੱਚ ਦੱਸ ਰਹੇ ਨੇ ਗੁਰੂ ਸਾਹਿਬ ਕਿ ਮਨ ਜਿਹੜਾ ਹੈ ਬਹੁਤ ਮੈਲਾ ਹੈਗਾ। ਮਨ ਦੇ ਅੰਦਰ ਕੀ ਹੈਗਾ, ਇਹ ਬਾਣੀ ਦੇ ਅਨੁਸਾਰ ਆਪਾਂ ਸਮਝਣ ਦੀ ਕੋਸ਼ਿਸ਼ ਕਰਨੇ ਆ ਪਹਿਲੇ। ਫਿਰ ਉਸ ਦੀ ਜਾਗਰਿਤ ਅਵਸਥਾ, ਫਿਰ ਪਹਿਲੇ ਸੁਪਤ ਅਵਸਥਾ, ਸਾਰੀ ਅਵਸਥਾਵਾਂ ਦਾ ਗਿਆਨ ਲੈਣ ਨਾਲ ਸਮਝ ਆ ਜਾਏਗਾ ਕਿ ਪ੍ਰੋਬਲਮ ਕਿੱਥੇ ਔਰ ਕਿਸ ਤਰ੍ਹਾਂ ਉਸ ਨੂੰ ਦੂਰ ਕਰਨਾ ਹੈਗਾ। ਮਨ ਜਦ ਜੋਤੀ ਦਾ ਸਰੂਪ ਕਦ ਬਣੇਗਾ? ਜੋਤੀ ਦਾ ਮਤਲਬ ਹੈ ਲਾਈਟ, ਪ੍ਰਕਾਸ਼। ਲੇਕਿਨ ਪ੍ਰਕਾਸ਼ ਦੇ ਉੱਤੇ ਅਜੇ ਕੁਛ ਮੈਲਾਪਨ ਹੈਗਾ। ਜਿਸ ਤਰ੍ਹਾਂ ਸੂਰਜ ਦੇ ਆਲੇ ਦੁਆਲੇ ਬਾਦਲ ਘਿਰ ਜਾਣ ਤੇ ਸੂਰਜ ਦਾ ਦਿਖਣਾ ਬੰਦ ਜਿਹਾ ਹੋ ਜਾਂਦਾ। ਲੇਕਿਨ ਸੱਚਾਈ ਵਿੱਚ ਇਹ ਨਹੀਂ ਆਖ ਸਕਦੇ ਕਿ ਸੂਰਜ ਹੈ ਹੀ ਨਹੀਂ। ਸੱਚਾਈ ਇਹ ਹੈਗੀ ਕਿ ਅਜੇ ਜਿਹੜਾ ਪ੍ਰਕਾਸ਼ ਹੈਗਾ ਮਨ ਦਾ ਉਹ ਨਜ਼ਰ ਨਹੀਂ ਆ ਰਿਹਾ। ਇੱਕ ਤਾਂ ਮਨ ਸੁੱਤਾ ਪਿਆ, ਔਰ ਦੂਜਾ ਉਹਦੇ ਉੱਤੇ ਮੈਲ ਦੀ ਪਰਤ ਚੜੀ ਹੋਈ ਹੈ। ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ, ਇਹ ਜਿਹੜੇ 5 ਵਿਕਾਰ ਹੈਗੇ ਨੇ, ਇਹਨਾਂ ਨੇ ਮੈਲ ਚੜਾ ਦਿੱਤੀ ਹੈ ਮਨ ਦੇ ਉੱਤੇ। ਇਸ ਕਰਕੇ ਪ੍ਰਕਾਸ਼ ਤੱਕ ਜਿਹੜਾ ਹੈ ਪਹੁੰਚ ਨਹੀਂ ਸਕ ਰਿਹਾ। ਦੂਜੀ ਗੱਲ, ਇਹ 5 ਦੇ ਇਲਾਵਾ ਡਰ ਵੀ ਰਹਿੰਦਾ। ਇੱਕ ਹੋਰ ਚੀਜ਼ ਰਹਿੰਦੀ ਹੈ, ਕਨਫਿਊਜ਼ਨ ਆਖਦੇ ਨੇ, ਡਬਲ ਮਾਈਂਡਡਨੈਸ, ਦੁਚਿੱਤਾਪਨ। ਹੁਣ ਆਪਾਂ ਇਹਦੀ ਧਿਆਨ ਨਾਲ ਸੋਚੀਏ ਆਪਣੇ ਪ੍ਰੈਕਟੀਕਲ ਐਕਸਪੀਰੀਅੰਸ ਨਾਲ, ਤਾਂ ਇਹ ਵੀ ਗੱਲ ਆਏਗੀ ਦਿਮਾਗ ਵਿੱਚ ਕਿ ਇਹਦੇ ਵਿੱਚ ਆਲਸ ਵੀ ਰਹਿੰਦਾ। ਆਲਸ ਕਰਕੇ, ਡਰ ਕਰਕੇ, ਔਰ ਇਹ ਜਿਹੜੇ ਵਿਕਾਰ 5 ਹੈਗੇ ਨੇ, ਡਬਲ ਮਾਈਂਡਡਨੈਸ ਜਿਹੜੀ ਹੈ 5 ਵਿੱਚੋਂ ਇੱਕ ਦਾ ਕੰਮ ਉਹਦਾ ਹੈਗਾ। ਸੋ ਇਹ ਜਿਹੜੇ 7 ਗੁਣ ਹੈਗੇ ਨੇ ਮਨ ਦੇ, ਇਹ ਸਾਡੇ ਜਨਮ ਦੇ ਨਾਲ ਹੀ ਆਏ ਨੇ।
ਇਹ ਆਪਾਂ ਨਹੀਂ ਪਾਏ, ਇਹ ਪਵੇ ਪਵਾਏ ਜਿਹੜੇ ਨੇ ਪਰਮਾਤਮਾ ਦੇ ਵੱਲੋਂ ਭੇਜੇ ਹੋਏ ਨੇ। ਇੱਕ ਅਵਸਥਾ ਮਨ ਦੀ ਅੱਛੀ ਵੀ ਦੱਸੀਏ ਕਿ ਤੂੰ ਜੋਤੀ ਦਾ ਸਰੂਪ ਹੈ। ਇਸ ਅਵਸਥਾ ਤੱਕ ਪਹੁੰਚਣਾ ਮਨੁੱਖ ਦਾ ਕਰਤੱਵ ਹੈਗਾ, ਔਰ ਉਹ ਪੂਰਾ ਕਰਨ ਵਾਸਤੇ ਸਾਧਨਾ ਕਰਨੀ ਪੈਂਦੀ ਹੈ, ਔਰ ਸਾਰੀ ਗੱਲਾਂ ਨੂੰ ਸਮਝਣਾ ਪੈਂਦਾ ਹੈ। ਜਪਜੀ ਸਾਹਿਬ ਵਿੱਚ ਗੁਰੂ ਨਾਨਕ ਦੇਵ ਜੀ ਨੇ ਸ਼ੁਰੂ ਵਿੱਚ ਹੀ ਜਿਹੜੀ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪੰਨੇ ਤੋਂ ਹੀ ਸਟਾਰਟ ਹੋ ਜਾਂਦੀ ਹੈਗੀ, ਉਹਦੇ ਵਿੱਚ ਦੱਸ ਦਿੱਤਾ ਹੈ, ਤਿੱਥੇ ਘੜੀਏ ਸੁਰਤ ਮਤ ਮਨ ਬੁੱਧ। ਇਹ ਚਾਰ ਚੀਜ਼ਾਂ ਘੜਨ ਵਾਸਤੇ ਜਿਹੜਾ ਗੁਰੂ ਸਾਹਿਬ ਬਹੁਤ ਜ਼ੋਰ ਦਿੰਦੇ ਨੇ ਕਿ ਚਾਰ ਚੀਜ਼ਾਂ ਹੈਗੀਆਂ ਨੇ, ਇਹਨਾਂ ਨੂੰ ਘੜਨ ਦਾ ਮਤਲਬ ਇਹ ਨਹੀਂ ਕਿ ਜਿਸ ਤਰ੍ਹਾਂ ਆਪਾਂ ਪੈਨਸਲ ਘੜਦੇ ਨੇ ਉਸ ਤਰ੍ਹਾਂ ਘੜਨੀ। ਘੜਨ ਦਾ ਮਤਲਬ ਹੈ ਕਿ ਉਹਨਾਂ ਦੇ ਉੱਤੇ ਕਾਰਵਾਈ ਕਰ, ਮਿਹਨਤ ਕਰ, ਉਹਨਾਂ ਨੂੰ ਸਮਝ, ਡਿਟੇਲ ਵਿੱਚ ਜਾ ਉਹਨਾਂ ਦੀ, ਤਾਂ ਕਿ ਸੈਗਰੀਗੇਟਲੀ ਮਨ ਕੀ ਹੈ, बुद्धि की है, सुरत की है, और मन की है, बुद्धि की है, चारां दे बारे में चंगी तरह समझ। सुरती का मतलब रहिंदा अवेयरनेस, मत मतलब रहिंदा मैमोरी, मन मतलब माइंड जिहदे विच विचार चलते रहंदे ने। हुण जिथे भी संशय पैदा हो रहा हैगा वो माइंड हैगा। माइंड दे उत्ते विचार करन तो बाद बुद्धि फैसला लैंदी कि ये चीज़ गलत है, ये ना कर, ये चीज़ ठीक है, इस पासे चल। इस प्रकार जिहड़ी गल्लां ने ना सदा चलदियां रहिंदियां ने, और जिहड़ा हैगा अपना शरीर और शांतमय शरीर, इस टाइप की जिहड़ी ना गल्लां वापरदियां ने साडे अंदर। लेकिन आपां ज्योति तक पहुँचना हैगा। ज्योति तक पहुँचण वास्ते ये जितने विकार हैगे ने ये दूर हो जाने चाहिए ने, तां फिर ब्राइट जिहड़ी ज्योति समझ विच आएगी। सुरत जिहड़ी है वो मन तो अलग है, क्योंकि चार चीज़ां गुरु साहब ने दसिया ने, तिथे घड़ीए सुरत मत मन बुद्ध, ये चारें अलग अलग है। वो चारां नूं समझ के ही आपां सब चीज़ां कार्रवाइयां समझ सकते हैं और करैक्ट जिहड़ी मेहनत कर सकते हैं। सुरत का मतलब है अवेयरनेस। यदि आपां हर गतिविधि अपनी अवेयरली करांगे तां जिहड़ी है कि अवेयरनेस दी जिहड़ी है वो वध जाएगी, ज्ञान वध जाएगा, दृढ़ता वध जाएगी। ध्यान जिहड़ा चेतना जिसनों आखदे ने, चेतना है तो चेतले निज दिन में प्राणी। चेतना मतलब वही जागृत हो जा, परमात्मा नूं चेते कर, याद कर। ये सब शब्दां तो ये सब समझ आंदा है। लेकिन एक चीज़ सानू डुबोंदी रहिंदी है, वो है साडे डाउट्स। डाउट्स जब तक क्लीयर नहीं होंदा, बंदे दा जिहड़ा है फ्लो या डेवलपमेंट या ज्ञान दा आवा वो बंद हो जाता। ज्ञान जिहड़ा है अंदर आना, सुराख जिहड़ा छोटा हो जाता ਉਹਦਾ, और जिहड़ा अपना समझ जिहड़ी है स्पिरिचुअल डेवलपमेंट वो रुक जी जाती है। लेकिन फिर जिस तरह ही ज्ञान आ जाता है डेवलपमेंट बराबर हो जाती है। सुरत जिहड़ी है वो सिर्फ तकदी रहिंदी है, ना वो हाँ रहिंदी है, ना रहिंदी है, ना पॉजिटिव रहिंदी है, नेगेटिव रहिंदी है, सिर्फ न्यूट्रल रहिंदी है। शरीर जिहड़ा है एक ओबीडियंट बॉडी है। मन जो शरीर नूं आखदा वो कर दिंदा। शरीर विच अपना कोई वो नहीं है, लेकिन शरीर जिहड़ा है ਉਹਦੇ ਵਿੱਚ ਸਾਰੇ सिस्टम ਜਿਹੜੇ ਨੇ ਬੱਝੇ ਹੋਏ ਨੇ। सिस्टम चल रहे ने,
ਮਨ ਦੇ ਵਿੱਚ ਫੁਰਨੇ ਆਉਂਦੇ ਨੇ। ਫੁਰਨਾ ਡਿਜ਼ਾਇਰ ਦੇ ਰੂਪ ਵਿੱਚ ਵੀ ਆਉਂਦਾ ਹੈ ਕਿ ਚੱਲ ਵੀ ਮਿੱਠਾ ਖਾ ਲਈਏ। ਸਰੀਰ ਦੌੜੇਗਾ ਮਿੱਠਾ ਪ੍ਰਾਪਤ ਕਰਨ ਦੇ ਵਾਸਤੇ। ਜਿੱਥੇ ਜਿੱਥੇ ਉਹਦੀ ਅਪਰੋਚ ਹੋਏਗੀ ਸਰੀਰ ਨੂੰ ਦੌੜਾਉਂਦਾ ਰਹੇਗਾ। ਜਾਂ ਪੜ੍ਹਨ ਦੀ ਲਾਲਸਾ ਹੋਏਗੀ, ਪੜ੍ਹਾਈ ਵਿੱਚ ਜੋੜ ਦੇਗਾ। ਜਿਸ ਟਾਈਪ ਦੀ ਲਾਲਸਾ ਮਨ ਵਿੱਚ ਹੋਏਗਾ, ਸਰੀਰ ਓਬੀਡੀਐਂਟਲੀ ਉਹ ਕੰਮ ਕਰਨਾ ਸ਼ੁਰੂ ਕਰ ਦਿੰਦਾ। ਲੇਕਿਨ ਉਸ ਵੇਲੇ ਦਵੰਦ ਨਹੀਂ ਹੋਣਾ ਚਾਹੀਦਾ, ਅੰਤਰਦਵੰਦ। ਅੰਤਰਦਵੰਦ ਇੱਕ ਮੈਲੀ ਪੋਜੀਸ਼ਨ ਹੈਗੀ, ਧੁੰਦਲੀ ਪੋਜੀਸ਼ਨ ਹੈ, ਕਲੈਰਿਟੀ ਨਹੀਂ ਹੈ ਉਹਦੇ ਵਿੱਚ। ਉਹ ਸਰੀਰ ਨੂੰ ਵੀ ਕੰਮ ਨਹੀਂ ਕਰਨ ਦਿੰਦੀ ਫਿਰ, ਕਿਉਂਕਿ ਕਮਾਂਡ ਆਈ ਨਹੀਂ ਹੈ ਮਨ ਤੋਂ। ਮਤ ਮਤਲਬ ਜਿੱਥੇ ਕੰਡੈਂਸ ਨੌਲੇਜ ਪਿਆ ਹੋਇਆ ਆਲਰੇਡੀ। ਇਸ ਕਰਕੇ ਗੁਰੂ ਸਾਹਿਬ ਦੱਸਦੇ ਹੈ, ਗੁਰ ਕੀ ਮਤ ਤੂੰ ਲੇਹ ਇਹ ਆਨੇ, ਭਗਤ ਬਿਨਾ ਬਹੁ ਡੁੱਬੇ ਸੇ ਆਨੇ। ਜੇ ਤੂੰ ਮਤ ਵਿੱਚ ਗੁਰੂ ਦੇ ਚੰਗੇ ਵਿਚਾਰ ਪਾ ਲਏਗਾ ਤਾਂ ਫਿਰ ਉਹ ਚੰਗੇ ਫੁਰਨੇ ਕੱਢ ਕੇ ਦੇਗੀ। ਜੇ ਉਹਦੇ ਵਿੱਚ ਗੰਦੀ ਚੀਜ਼ਾਂ ਪਈਆਂ ਹੋਈਆਂ ਨੇ ਜਾਂ ਪੈ ਗਈਆਂ ਨੇ ਕਿਸੇ ਵੀ ਤਰੀਕੇ ਨਾਲ, ਤੇ ਵਿਚਾਰ ਵੀ ਉਸੇ ਕਿਸਮ ਦੇ ਆਣਗੇ। ਮਤ ਦਾ ਸੰਬੰਧ ਜਿਹੜਾ ਹੈਗਾ ਉਹ ਮਾਈਂਡ ਨਾਲ ਆਪਣੇ ਆਪ ਜੁੜ ਜਾਂਦਾ। ਔਰ ਮਾਈਂਡ, ਮਤ, ਸੁਰਤ, ਬੁੱਧੀ, ਇਹ ਚਾਰੇ ਜਿਹੜਾ ਨਾ ਕੋਆਰਡੀਨੇਸ਼ਨ ਵਿੱਚ ਵਰਕ ਕਰਦੀਆਂ ਨੇ। ਇਹ ਬੁੱਧੀ ਨੇ ਚੰਗੇ ਫੈਸਲੇ ਦੇ ਦਿੱਤੇ ਤੇ ਬਾਡੀ ਜਿਹੜੀ ਚੰਗੇ ਪਾਸੇ ਤੁਰ ਪਏਗੀ। यदि बुद्धि ने फैसला उलट दे दिता फिर वो उलट ही चलेगा। ਹੁਣ ਆਪਾਂ ਇਹ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਕਿ ਗੁਰੂ ਸਾਹਿਬ ਜਾਗ ਰੇ ਮਨ ਜਾਗਣ ਹਾਰੇ ਬਾਰ-ਬਾਰ ਬੋਲ ਰਹੇ ਨੇ। ਚੇਤ ਰੇ ਚੇਤਨਾ ਹੈ ਤੋ ਚੇਤਲੇ ਨਿਸ ਦਿਨ ਮੇ ਪ੍ਰਾਣੀ। ਉੱਥੇ ਫਿਰ ਜਗਾਣ ਦੀ ਗੱਲ ਆਖੀ ਜਾ ਰਹੀ ਹੈ। ਗ੍ਰੰਥ ਸਾਹਿਬ ਵਿੱਚ ਜਿਹੜਾ ਹੈ ਪੂਰੀ ਗੱਲਾਂ ਇਹੀ ਦੱਸੀਆਂ ਗਈਆਂ ਨੇ ਕਿ ਮਨ ਜਿਹੜਾ ਹੈ ਉਹ ਮੈਲਾ ਹੈ। ਇੱਕ ਸਟੇਜ ਜਿਹੜੀ ਉਹਦੀ ਮੈਲੇ ਦੀ ਹੈ, ਇੱਕ ਸਟੇਜ ਉਹਦੀ ਜੋਤੀ ਦੀ ਹੈਗੀ ਕਿ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ। ਹੁਣ ਜੋਤੀ ਦੇ ਵਿਚਕਾਰਲੇ ਪਾਸੇ ਕਚੜਾ ਭਰਿਆ ਪਿਆ ਤੇ ਉਹ ਜੋਤੀ ਸਾਨੂੰ ਵਿਖ ਨਹੀਂ ਰਹੀ ਹੈ। ਗੁਰਬਾਣੀ ਜਦ ਆਪਾਂ ਨੂੰ ਮੂਲ ਮੰਤਰ ਜਾਂ ਮੈਡੀਟੇਸ਼ਨ ਕਰਾਂਗੇ, ਸਿਮਰਨ ਕਰਾਂਗੇ, ਤਾਂ ਜਿਹੜਾ ਹੈ ਫਿਰ ਉਹ ਹੌਲੀ ਹੌਲੀ ਪ੍ਰੈਕਟਿਸ ਕਰਨ ਤੋਂ ਬਾਅਦ ਉਹ ਜੋਤੀ ਦਾ ਜਿਹੜਾ ਨਾ ਅਨੁਭਵ ਹੋਏਗਾ। ਉਹ ਵਿਖਦੀ ਨਹੀਂ ਹੈ ਕਿ ਕੋਈ ਚੀਜ਼ ਵਿਖੇਗੀ ਵਿਜ਼ੀਬਲ, ਕਿਉਂਕਿ ਅੱਖ ਬੰਦ ਕਰਕੇ ਆਪਾਂ ਮੈਡੀਟੇਸ਼ਨ ਕਰਦੇ ਹਾਂ, ਰਿਅਲਾਈਜ਼ ਹੋਏਗੀ, ਸਮਝ ਆਏਗਾ। ਸਮਝ ਆਉਣਾ ਸਭ ਤੋਂ ਉੱਤਮ ਗੱਲ ਹੈਗੀ। ਉਹ ਸਮਝ ਜਦ ਆਉਣਾ ਸ਼ੁਰੂ ਹੋ ਜਾਏਗਾ ਤਾਂ ਆਪਾਂ ਨੂੰ ਇਹ ਵੀ ਸਮਝ ਆਏਗਾ ਕਿ 5 ਸੈਂਸਰ ਤੋਂ ਇਲਾਵਾ ਛਟੀ ਇੰਦਰੀ ਵੀ ਹੈ, ਉਹ ਸਾਡੇ ਅੰਦਰ ਹੀ ਹੈਗੀ। ਉਸੇ ਅਵਸਥਾ ਨੂੰ ਜਾਗਰਤ ਵੀ ਆਖ ਰਹੇ ਨੇ ਗੁਰੂ ਸਾਹਿਬ ਕਿ ਜਾਗ ਰੇ ਮਨ ਜਾਗਣ ਹਾਰੇ, ਜਾਗ ਜਾ ਹੋਰ ਜਗ੍ਹਾ ਹੋਰ ਤੇਜ ਕਰ। ਉਸੇ ਨੂੰ ਆਖ ਰਹੇ ਗੁਰੂ ਸਾਹਿਬ ਕਿ ਘੜੋ, ਚਾਰਾਂ ਚੀਜ਼ਾਂ ਘੜੋ, ਚੰਗੀ ਤਰ੍ਹਾਂ ਸਮਝੋ ਇੱਕ ਇੱਕ ਚੀਜ਼ ਨੂੰ, ਘੜ ਘੜ ਕੇ ਉਸ ਨੂੰ ਤੇਜ਼ ਕਰ ਲਓ, ਸਮਝ ਕੇ ਉਸ ਨੂੰ ਸਮਝ ਲਓ। ਹੁਣ ਆਪਾਂ ਇੱਕ ਗੁਰੂ ਸਾਹਿਬ ਦੱਸ ਰਹੇ ਨੇ ਕਿ ਬਈ ਚੇਤਨ ਮਨ ਹੈ, ਉਹਦੀ ਅਵਸਥਾ ਜਾਗਰਤ ਹੈ। ਕਿਉਂ ਰਾਗੀ ਸਿੰਘ ਪੜ੍ਹ ਰਹੇ ਨੇ, ਸਾਰੀ ਸੰਗਤ ਸੁਣ ਰਹੀ ਹੈ। ਇਹ ਜਾਗਰਤ ਅਵਸਥਾ ਹੈ ਸਰੀਰ ਦੀ। ਅਜੇ ਮਨ ਸੁੱਤਾ ਹੋਇਆ। ਇੱਕ ਮਨ ਜਿਹੜਾ ਸੁੱਤਾ ਹੋਇਆ ਵੀ ਹੈ, ਉਸ ਨੂੰ ਸਬਕੌਂਸ਼ੀਅਸ ਮਾਈਂਡ ਆਖਦੇ ਨੇ। ਇੱਕ ਨੂੰ ਕੌਂਸ਼ੀਅਸ ਮਾਈਂਡ ਆਖਦੇ ਨੇ, ਇੱਕ ਨੂੰ ਸਬਕੌਂਸ਼ੀਅਸ ਮਾਈਂਡ ਆਖਦੇ ਨੇ। ਔਰ ਇੱਕ ਤੀਜਾ ਵੀ ਹੈ ਜਿਹੜਾ ਡੀਪ ਤੋਂ ਵੀ ਡੀਪ ਸੁੱਤਾ ਪਿਆ, ਅਨਕੌਂਸ਼ੀਅਸ। ਉਹਦੇ ਵਿੱਚ ਜਰਾ ਵੀ ਕੁਝ ਵੀ ਹਲਚਲ ਨਹੀਂ ਹੈ। ਉੱਥੋਂ ਤੱਕ ਜਿਹੜੀ ਆਪਾਂ ਨੂੰ ਜੋਤ ਲਿਜਾਵਾਂਗੇ ਆਪਣੀ ਗਿਆਨ ਦੀ, ਤਾਂ ਉਹ ਫਿਰ ਜਿਹੜਾ ਹੈ ਜਾਗਰਤ ਅਵਸਥਾ ਵਿੱਚ
ਆਏਗਾ। ਹੁਣ ਇਸ ਨੂੰ ਇਸ ਤਰ੍ਹਾਂ ਸਮਝ ਲਓ ਕਿ ਇੱਕ ਜਿਸ ਤਰ੍ਹਾਂ ਝਾੜ ਹੈਗਾ, ਉੱਚਾ, ਕਾਫੀ ਲੰਬਾ ਉੱਚਾ ਹੈਗਾ, ਉਹਦੇ ਵਿੱਚ ਪੱਤੇ ਹੈਗੇ ਨੇ ਉੱਚੇ ਉੱਤੇ ਤੱਕ। ਫਿਰ ਹੇਠਲੇ ਪਾਸੇ ਜਿਹੜਾ ਹੈ ਤਣਾ ਹੈਗਾ, ਸਟੈਮ, ਫਿਰ ਕਈ ਡਾਲੀਆਂ ਹੈਗੀਆਂ ਨੇ, ਹੇਠਾਂ ਜ਼ਮੀਨ ਦੇ ਜੜ ਹੈਗੀ। ਲੇਕਿਨ ਜਦ ਸੂਰਜ ਦੀ ਲਾਈਟ ਪੈਂਦੀ ਹੈ ਝਾੜ ਦੇ ਉੱਤੇ ਤੇ ਪੱਤੀਆਂ ਦੇ ਉੱਤੇ ਪੈਂਦੀ ਹੈ, ਫੁੱਲ ਹਵਾ ਚਲਦੀ ਹੈ, ਪੱਤੇ ਹਿਲਦੇ ਡੁਲਦੇ ਖੇਲ ਲੈਂਦੇ ਨੇ। ਸਟੈਂਪ ਜਿਹੜੀ ਹੈ ਉਹਦੇ ਉੱਤੇ ਲਾਈਟ ਥੋੜੀ ਘੱਟ ਪੈਂਦੀ ਹੈ, ਲੇਕਿਨ ਜੜ੍ਹਾਂ ਜਿਹੜੀਆਂ ਹੈਗੀਆਂ ਨੇ ਉਹਦੇ ਉੱਤੇ ਸੂਰਜ ਦੀ ਲਾਈਟ ਪੈਂਦੀ ਨਹੀਂ। ਲੇਕਿਨ ਜੜ੍ਹਾਂ ਹੀ ਸਭ ਤੋਂ ਇੰਪੋਰਟੈਂਟ ਹੈਗੀਆਂ ਨੇ। ਇਹ ਪੱਤਾ ਇਹਦੀ ਜੀਵਿਤ ਅਵਸਥਾ ਵਿੱਚ ਹੈ ਸਿਰਫ ਜੜ੍ਹਾਂ ਕਰਕੇ। ਝਾੜ ਨੂੰ ਇਹਦੀ ਜੜ ਤੋਂ ਕੱਢ ਦਿਓ, ਪੱਤੇ 2 ਦਿਨ ਵਿੱਚ ਸਾਫ਼ ਹੈਗੇ ਨੇ, ਸੁੱਕ ਜਾਣਗੇ। ਨਾ ਸੂਰਜ ਦੀ ਲਾਈਟ ਕੁਝ ਕਰ ਸਕਦੀ ਹੈ, ਫਿਰ ਨਾ ਕੋਈ ਕੁਝ ਕਰ ਸਕਦਾ। ਅਰਥਾਤ ਰੂਟਸ ਜਿਹੜੇ ਨੇ ਉਹ ਇੰਪੋਰਟੈਂਟ ਹੈ। ਇਸੇ ਕਰਕੇ ਗੁਰਬਾਣੀ ਵਿੱਚ ਦੱਸਿਆ ਕਿ ਜਾਗਰੇ ਮਨ ਜਾਗਨ ਹਾਰੇ। ਉਹ ਜਿਹੜਾ ਜੜ੍ਹਾਂ ਹੇਠਾਂ ਹੈਗੀਆਂ ਨਾ, ਜਿਸ ਨੂੰ ਮੈਂ ਆਖਿਆ ਅਨਕੌਂਸ਼ੀਅਸ ਮਾਈਂਡ, ਉਸ ਨੂੰ ਜਗਾਉਣ ਦੀ ਗੱਲ ਕੀਤੀ ਜਾ ਰਹੀ ਹੈ ਕਿ ਉਹ ਜਾਗ ਜਾਵੇ ਤਾਂ ਪੂਰਾ ਜਿਹੜਾ ਹੈ ਹਿਸਾਬ ਕਿਤਾਬ ਠੀਕ ਚੱਲੇਗਾ। ਯਦि ਉਹ ਸੁੱਤਾ ਰਹੇਗਾ ਤਾਂ ਫਿਰ ਜਾਗਣ ਦੀ ਗੱਲਾਂ ਜਾਂ ਮਨ ਤੂੰ ਜੋਤ ਸਰੂਪ ਹੈ ਉਹ ਆਪਾਂ ਨਾ ਸਮਝ ਸਕਦੇ ਨਾ ਪਕੜ ਸਕਦੇ। ਸੋ ਰੂਟ ਤੱਕ ਜਾਣਾ ਪਏਗਾ, ਹੇਠਾਂ ਤੱਕ। ਧਿਆਨ ਨੂੰ ਡੂੰਘੀ ਅਵਸਥਾ ਵਿੱਚ ਲੈ ਜਾਣਾ ਪਏਗਾ। ਇੱਕ ਹੋ ਗਿਆ ਕੌਨਸ਼ੀਅਸ ਮਾਈਂਡ ਜਿਹੜਾ ਕੀਰਤਨ ਸੁਣ ਰਿਹਾ ਹੈ, ਇੱਕ ਹੋ ਗਿਆ ਸਬਕੌਨਸ਼ੀਅਸ ਮਾਈਂਡ ਸੁੱਤਾ ਪਿਆ, ਇੱਕ ਹੋ ਗਿਆ ਅਨਕੌਂਸ਼ੀਅਸ ਮਾਈਂਡ ਜਿਹੜਾ ਜੜ੍ਹਾਂ ਦੇ ਵਿੱਚ ਹੈਗਾ, ਜੋ ਕਿ ਮੋਸਟ ਇੰਪੋਰਟੈਂਟ ਹੈਗਾ। ਜੇ ਆਪਾਂ ਜੜ੍ਹਾਂ ਪੱਟ ਦਈਏ ਤਾਂ ਉਹ ਝਾੜ ਜਿਹੜਾ ਗਿਰ ਜਾਏਗਾ। ਸਬਕੌਨਸ਼ੀਅਸ ਮਾਈਂਡ ਸਮਝ ਲਓ ਸਟੈਮ ਹੈਗੀ, ਸਟੈਮ। ਉਹ ਕੌਨਸ਼ੀਅਸ ਜਿਹੜਾ ਹੈ ਉਹ ਪੱਤੇ ਹੈਗੇ ਨੇ, ਖਿੱਡੇ ਹੋਏ ਨੇ। ਜੜ੍ਹਾਂ ਵਿੱਚ ਸੂਰਜ ਦੀ ਲਾਈਟ ਨਹੀਂ ਜਾ ਰਹੀ ਹੈ, ਲੇਕਿਨ ਜੜ੍ਹਾਂ ਹੀ ਇੰਪੋਰਟੈਂਟ ਹੈਗੀਆਂ ਨੇ। ਮਨੁੱਖ ਦੇ ਸਰੀਰ ਵਿੱਚ ਵੀ ਉਹੀ ਰਚਨਾ ਹੈਗੀ। ਇੱਕ ਹੈਗਾ ਲੈਫਟ ਸਾਈਡ ਆਫ ਦਾ ਬ੍ਰੇਨ, ਇਹ ਹੈਗਾ ਰਾਈਟ ਸਾਈਡ ਆਫ ਦਾ ਬ੍ਰੇਨ। 2 ਪਾਰਟਸ ਹੈਗੇ ਨੇ ਬ੍ਰੇਨ ਦੇ। ਇਹ ਹੈਗਾ ਕੌਨਸ਼ੀਅਸਨੈਸ ਵਾਲਾ ਪੋਰਸ਼ਨ, ਇਹ ਵਾਲਾ ਜਿਹੜਾ ਸਬਕੌਨਸ਼ੀਅਸਨੈਸ ਵਾਲਾ ਪੋਰਸ਼ਨ ਹੈ, ਰਾਈਟ ਸਾਈਡ ਜਿਹੜਾ ਪੋਰਸ਼ਨ ਹੈ। ਰਾਈਟ ਸਾਈਡ ਦਾ ਜਿਹੜਾ ਪੋਰਸ਼ਨ ਹੈ ਉਹਦਾ ਕਨੈਕਸ਼ਨ ਹੈਗਾ ਲੈਫਟ ਸਾਈਡ ਤੋਂ। ਉਹ ਲੈਫਟ ਸਾਈਡ ਜਿਹੜਾ ਬ੍ਰੇਨ ਹੈਗਾ ਕੌਨਸ਼ੀਅਸ ਬ੍ਰੇਨ, ਉਹਦਾ ਹੈਗਾ ਰਾਈਟ ਸਾਈਡ ਤੋਂ ਕਨੈਕਸ਼ਨ ਨਸਾਂ ਦਾ। ਜਿਤਨੀ ਵੀ ਆਪਣੀ ਨਸਾਂ ਚੱਲ ਰਹੀਆਂ ਨੇ, ਨਸਾਂ ਦਾ ਜਿਹੜਾ ਨੈਟਵਰਕ ਹੈ ਸਰੀਰ ਦੇ ਅੰਦਰ, ਉਹ ਮਿਡ ਬ੍ਰੇਨ 'ਤੇ ਜਾ ਕੇ ਕਨੈਕਟ ਹੁੰਦਾ। ਔਰ ਲੈਫਟ ਸਾਈਡ ਵਾਲਾ ਜਿਹੜਾ ਉਹਦੇ ਵਿੱਚ ਕੌਨਸ਼ੀਅਸਨੈਸ ਹੈ ਆਮ ਤੌਰ 'ਤੇ, ਔਰ ਰਾਈਟ ਸਾਈਡ ਵਾਲਾ ਜਿਹੜਾ ਹੈ ਉਹ ਸਬਕੌਨਸ਼ੀਅਸਨੈਸ ਮਾਈਂਡ ਹੈ। ਉਹਦੇ ਵਿੱਚ ਉਹ ਅਨਕੌਂਸ਼ੀਅਸਨੈਸ ਹੋਰ ਹੇਠਾਂ ਹੈ, ਰਾਈਟ ਸਾਈਡ ਹੀ ਹੈ। ਇਸ ਗੱਲ ਨੂੰ ਬਹੁਤ ਚੰਗੀ ਤਰ੍ਹਾਂ ਸਮਝਣਾ ਪਏਗਾ। ਤਾਂ ਫਿਰ ਜਿਹੜਾ ਹੈ ਨਾ, ਇਹ ਕਨਫਲਿਕਟ ਕਿਉਂ ਪੈਦਾ ਹੁੰਦੇ ਨੇ, ਕਿੱਥੋਂ ਆਉਂਦੇ ਨੇ, ਕਿਉਂ ਆਉਂਦੇ ਨੇ, ਸਾਰੀਆਂ ਗੱਲਾਂ ਸਮਝ ਆ ਜਾਣਗੀਆਂ। ਜਿਸ ਤਰ੍ਹਾਂ ਇੱਕ ਬੰਦਾ ਰਾਤ ਨੂੰ ਪ੍ਰੋਗਰਾਮ ਕਰਦਾ ਆਪਣੇ ਮਾਈਂਡ ਵਿੱਚ ਕਿ ਮੈਂ ਸਵੇਰੇ 6 ਵਜੇ ਉੱਠਾਂਗਾ, ਮੈਂ ਐਕਸਰਸਾਈਜ਼ ਕਰਾਂਗਾ, ਪੜਾਂਗਾ, ਇਸ ਤਰ੍ਹਾਂ ਦਾ ਪ੍ਰੋਗਰਾਮ ਜਿਹੜਾ ਨਾ ਉਹ ਰਾਤ ਨੂੰ ਸੌਣ ਤੋਂ ਪਹਿਲੇ ਬਣਾਉਂਦਾ। ਔਰ ਜਿਹੜਾ ਅਲਾਰਮ ਜਿਹੜਾ 5:45 ਦਾ ਲਗਾ ਦਿੰਦਾ। 5:45 ਵਜੇ ਘੜੀ ਨੇ ਆਪਣਾ ਕੰਮ ਕਰ ਦਿੰਦਾ ਹੈ
लेकिन ਜਿਹੜਾ ਮੁੰਡਾ ਹੈ, ਬੰਦਾ ਹੈ, ਸਟੂਡੈਂਟ ਹੈ, ਬਾਲਕ ਹੈ, ਉਹ ਇਸ ਤਰ੍ਹਾਂ ਹੀ ਜਰਾ ਨਾ ਉਸ ਨੂੰ ਮਾਰ ਦਿੰਦਾ ਹੈ ਕਿ ਤੂੰ ਬੰਦ ਹੋ ਜਾ ਭਾਈ, ਅਜੇ ਮੇਰਾ ਸੌਣ ਦਾ ਟਾਈਮ ਹੈ। ਘੜੀ ਇੱਕ ਮਸ਼ੀਨ ਹੈ, ਉਹ ਬੰਦ ਹੋ ਜਾਂਦੀ ਹੈ, ਆਪਣਾ ਕੰਮ ਕਰਕੇ ਉਹ ਬੰਦ ਹੋ ਗਈ, ਕਿਉਂਕਿ ਇੱਕ ਮਸ਼ੀਨ ਹੈ। ਅਗਲੇ ਦਿਨ ਆਪਣੀ ਮਾਂ ਨੂੰ ਬੋਲਦਾ ਬਈ ਤੂੰ ਮੈਨੂੰ ਉਠਾਈ। ਮਾਂ 6 ਵਜੇ ਹੋਕਾ ਦਿੰਦੀ, ਉੱਠ ਜਾ ਕਾਕੇ, ਉੱਠ ਜਾ ਕਾਕੇ। ਕਾਕਾ ਬੋਲ ਦਿੰਦਾ ਅੱਜ ਸੰਡੇ ਮੈਂ ਤੇ ਸੋ ਰਿਹਾ। 3-4 ਘੰਟੇ ਬਾਅਦ ਜਿਹੜਾ ਹੈ ਉੱਠਦਾ ਹੈ, ਫਿਰ ਸੋਚਦਾ ਹੈ। ਉਹ ਜਿਹੜੀ ਉਸਨੇ ਪ੍ਰੋਗਰਾਮਿੰਗ ਕੀਤੀ ਸੀ ਉਹ ਐਕਟਿਵ ਮਾਈਂਡ ਵਿੱਚ ਸੀਗੀ। ਇਹ ਸੁੱਤੇ ਸੁੱਤੇ ਜਿਹੜਾ ਚੱਲ ਰਿਹਾ ਸੀ ਇਹ ਸਬਕੌਂਸ਼ੀਅਸ ਮਾਈਂਡ ਸੀਗਾ। ਸਬਕੌਂਸ਼ੀਅਸ ਨੂੰ ਪਤਾ ਨਹੀਂ ਸੀ ਕਿ ਪ੍ਰੋਗਰਾਮਿੰਗ ਕੀ ਹੋਈ ਹੈ। ਸਬਕੌਂਸ਼ੀਅਸ ਨੇ ਇੱਕ ਦਿਨ ਬੰਦ ਕਰ ਦਿੱਤਾ ਘੜੀ ਦਾ ਅਲਾਰਮ ਵੱਜਣਾ। ਉਹ ਦੂਜੇ ਦਿਨ ਮਾਂ ਨੂੰ ਵੀ ਬੋਲਦੀ ਹੈ ਮੈਂ ਅਜੇ ਸੋਵਾਂਗਾ, ਕਿਉਂਕਿ ਸਬਕੌਂਸ਼ੀਅਸ ਪਲੈਨਿੰਗ ਨਹੀਂ ਹੋਈ ਹੈ। और जब वो होश विच आंदा रहे मैं तो उठिया ही नहीं, तो फिर पछतांदा, फिर सोच विच पै जांदा, उसनूं समझ नहीं आती कि हो की रहा मेरे नाल। कई दिनों तक एक घटना जिहड़ी ना चलती रहती है। अजे जिहड़ा अनकॉन्शियस माइंड है वो डीप विच सुत्ता, ਉਸ ਦੇ ਵਿੱਚੋਂ ਜਿਹੜੇ ਫੁਰਨੇ ਆ ਰਹੇ ਨੇ ਉਹ ਮਤ ਤੋਂ ਨਿਕਲ ਕੇ ਆਉਂਦੇ ਨੇ। ਮਤ ਵਿੱਚ ਕਿਤਨੀ ਪ੍ਰੋਗਰਾਮਿੰਗ ਹੋਈ ਹੈ, ਕਿਤਨੀ ਡੀਪ ਕੀਤੀ ਹੈ। ਡੀਪ ਪ੍ਰੋਗਰਾਮਿੰਗ यदि सबकॉन्शियस माइंड ਵਿੱਚ ਰਹੇਗੀ तो ਮੁੰਡਾ ਉੱਠ ਜਾਏਗਾ, ਆਪਣੇ ਆਪ ਉੱਠ ਜਾਏਗਾ। सबकॉन्शियस माइंड ਦੀ ਪ੍ਰੋਗਰਾਮਿੰਗ ਜਿਹੜੀ ਹੈ ਔਰ ਅਨਕॉन्शियस माइंड ਦੀ ਜਿਹੜੀ ਪ੍ਰੋਗਰਾਮਿੰਗ ਹੈ, मतलब ਜਿਹੜੀ ਜੜ੍ਹਾਂ ਤੱਕ ਜਾਏਗੀ, ਉਹ ਇੰਪੋਰਟੈਂਟ ਹੈਗੀ। ਉਹ ਹੋਏਗੀ ਰਾਈਟ ਆਫ ਦਾ ਬ੍ਰੇਨ ਵਿੱਚ, ਰਾਈਟ ਸਾਈਡ ਆਫ ਦਾ ਬ੍ਰੇਨ ਵਿੱਚ ਹੋਏਗੀ। ਇਸ ਪ੍ਰਕਾਰ ਗੁਰਬਾਣੀ ਦੀ ਮਹੱਤਤਾ ਨੂੰ ਬਹੁਤ ਡੂੰਘੇ ਲਿਜਾ ਕੇ ਸਮਝਣ ਦੀ ਕੋਸ਼ਿਸ਼ ਕਰੋ कि रागी सिंह पढ़ रहे ने चेत रे मन जाग रे मन जागण हारे। वो किसनू जगा रहे ने जिहड़ा हेठा हैगा जड़ां विच, लेकिन उसनू जगाना किस तरह प्रैक्टिकली, ਉਹਦੇ वास्ते पूरी मन की व्यवस्था नू समझना पएगा। सबकॉन्शियस माइंड, कॉन्शियस माइंड और जिहड़ा होर हेठा हैगा जड़ां तक अनकॉन्शियस माइंड। जिहड़ा अनकॉन्शियस है वो सुप्त अवस्था विच भी सुत्ता होया है और जागृत अवस्था विच भी सुत्ता पाया। डीप स्लीप है, स्लीप तो भी डूंघा। उसनूं जगाण दी गल्लां कर रहे ने गुरु साहब और गुरबाणी। हुण ਜਿਹੜਾ ਬੱਚੇ ਨੇ ਬੋਲ ਦਿੱਤਾ ਹੈ 8 ਵਜੇ 6 ਵਜੇ ਜਿਹੜਾ ਹੱਥ ਮਾਰ ਕੇ ਜਿਹੜਾ ਨਾ ਅਲਾਰਮ ਬੰਦ ਕਰ ਦਿੱਤਾ ਸੀ, ਉਹਦੇ ਮਨ ਵਿੱਚ 2 ਭਾਵ ਚੱਲਣਗੇ। ਇੱਕ, ਮੈਂ ਉੱਠਿਆ ਕਿਉਂ ਨਹੀਂ, ਮੈਨੂੰ ਉੱਠਣਾ ਸੀ। ਇਹ ਜਿਹੜਾ ਨਾ ਕਨਫਲਿਕਟ, ਦਿਸ ਇਜ਼ ਦਾ ਕਨਫਲਿਕਟ ਪ੍ਰੋਡਿਊਸਡ ਬਾਈ सबकॉन्शियस माइंड। कॉन्शियस ਵਿੱਚ ਦਿੱਤਾ ਗਿਆ ਪ੍ਰੋਗਰਾਮ ਜਿਹੜਾ ਹੈ ਉਹ ਸੌਣ ਤੋਂ ਬਾਅਦ ਜਿਹੜਾ ਹੈ ਨਾ ਉਹ ਚੱਲਦਾ ਨਹੀਂ ਹੈ। यदि ਤੁਸੀਂ ਜਾਗਰਿਤ ਅਵਸਥਾ ਵਿੱਚ ਹੋ, ਤੁਸੀਂ ਸੋਚ ਲਿਆ ਕਿ ਮੈਂ 10 ਵਜੇ ਰੇਲਵੇ ਸਟੇਸ਼ਨ ਜਾਣਾ ਹੈ, ਤਾਂ 10 ਵਜੇ ਤੁਸੀਂ ਚਲੇ ਜਾਓਗੇ। ਲੇਕਿਨ ਵਿਚਕਾਰ ਤੁਸੀਂ ਸੌਂ ਗਏ, ਫਿਰ ਪਤਾ ਨਹੀਂ ਕਿੱਥੇ ਕੀ ਹੋਏਗਾ। लेकिन हाँ, उठण तो बाद ये समझ आएगा कि काम मैं करना सी मैं कीता नहीं है, उसका पछतावा होएगा। ये काम मैं करना सीगा, कीता नहीं है। सो ये जरूरी है
ਕਿ ਸਾਰੀਆਂ ਗੱਲਾਂ ਨੂੰ ਆਪਾਂ ਸਮਝ ਜਾਈਏ, ਕਿੱਥੇ ਪ੍ਰੋਗਰਾਮਿੰਗ ਕਰਨੀ ਹੈ, ਕਿੱਥੋਂ ਤੱਕ ਕਰਨੀ ਹੈ, और कितनी नींदर लेनी है, और कितना आलस करना है, कितना छड़ देना है, ये सारिया गल्लां विचारण दी हैगी है। हुण जिस तरह ये समझ लईए कि जड़ां जिहड़ियां ने वो हनेरी विच रहिंदियां, क्योंकि वो धरती दे हेठां है, धरती दे हेठां सनलाइट नहीं जा रही है, वो हनेरा है, गुप्त हनेरा, टोटल डार्क। पत्तियां दे विच जिहड़ा है वो चानना, सनलाइट पै रही है, सवेरे दे टाइम सनलाइट पै रही ਉਹਦੇ ਉੱਤੇ। तने विच अद्धी लाइट है, अद्धी नहीं है। सबकॉन्शियस माइंड ਨੂੰ ਇਸ ਤਰ੍ਹਾਂ ਵੀ ਸਮਝੋ ਕਿ ਜਿਹੜਾ ਸਾਡਾ ਬਰੀਥ ਸਿਸਟਮ ਹੈ, ਬਰੀਥ, ਉਹ ਆਟੋਮੈਟਿਕ ਚੱਲ ਰਹੀ ਹੈ, ਉਹਦੇ ਵਿੱਚ ਕੋਈ ਕੌਨਸ਼ੀਅਸ ਮਾइंड ਦੀ ਲੋੜ नहीं हैगी, वो आपे आप चलती रहेगी। हार्ट बीट आपे चल रही हो, सब कॉन्शियस माइंड ऑटोमैटिक सिस्टम है, पूरा बायोलॉजी का, हाजमे का, मैटाबॉलिज्म, हजम हो रही ने चीज़ां, आप मैकेनिकल काम कर रहे हैं, वो सब ऑटोमैटिक है, वो भी सब कॉन्शियस माइंड के जिम्मे है। लेकिन जड़ा एकदम डीप है, जड़ा अनकॉन्शियस माइंड, ਉਹਨੂੰ ਜਗਾਉਣ ਵਾਸਤੇ ਗੁਰੂ ਸਾਹਿਬ ਜਿਹੜਾ ਨਾ ਉਪਦੇਸ਼ ਕਰ ਰਹੇ ਨੇ। ਜਿਹੜੇ ਆਟੋਮੈਟਿਕ ਸਿਸਟਮ ਹੈਗੇ ਨੇ ਉਹ ਸਬਕੌਂਸ਼ੀਅਸ ਨਾਲ ਜੁੜੇ ਹੋਏ ਨੇ ਸਾਰੇ, ਚਾਹੇ ਬਰੀਥ ਦਾ ਹੈ, ਚਾਹੇ ਮੈਟਾਬੋਲਿਜ਼ਮ है, या ब्लड सर्कुलेशन है, हार्ट बीट है, ऐसे कई मैकेनिज़म हैगे ने जो ऑटोमैटिक चल रहे ने। उन्हां दा सारा संचालन सबकॉन्शियस माइंड के थ्रू होंदा रहिंदा, कुदरत ने ऐसा बनाया होया। लेकिन ਉਹਦੇ ਹੇਠਾਂ ਜਿਹੜੀਆਂ ਜੜ੍ਹਾਂ ਹੈਗੀਆਂ ਨੇ ਉਸ ਨੂੰ ਠੀਕ ਕਰਨ ਵਾਸਤੇ ਆਪਾਂ ਨੂੰ ਐਫਰਮੇਸ਼ਨ ਦੀ ਲੋੜ ਪੈਂਦੀ ਹੈ ਕਿ ਭਾਈ ਉਸ ਨੂੰ ਪਰਮਾਨੈਂਟਲੀ ਜਿਹੜਾ ਮੈਮੋਰੀ ਵਿੱਚ ਬੱਝ ਕੇ ਰੱਖੋ। ਸਾਡੇ ਅੰਦਰ ਜਿਹੜੀ ਹੈ ਇੱਕ ਹੁੰਦਾ ਬੋਡੀ, ਇੱਕ ਮਾइंड, माइंड ਦੇ ਤਰ੍ਹਾਂ डिवीजन, एक्टिव माइंड, सबकॉन्शियस माइंड और सुता होया जिहड़ा हैगा अनकॉन्शियस माइंड। ये त्रै चीज़ां हैं, एक हो गई जड़, एक तना और एक पत्ता। माइंड दे अंदर विचार चलते हैं, विचार विच जिहड़ा कन्फ्लिक्ट है वो हेठां जिहड़ा जड़ियां हैं वो उत्ते सट दिंदियां ने। हेठां जिहड़ी जड़ हैगी ਉਹਦਾ ਪਾਣੀ ਜਿਹੜਾ ਉੱਤੇ ਤੱਕ ਜਾਂਦਾ, ਪੱਤੇ ਤੱਕ। ਆਪਾਂ ਇਹਦੀ ਪੱਤਾ ਕੱਟਦੇ ਜਾਵਾਂਗੇ ਵਿਚਾਰਾਂ ਦੇ ਕਿ ਠੀਕ ਹੋ ਜਾਏ, ਕੁਝ ਰਿਜ਼ਲਟ ਨਹੀਂ ਆਉਣ ਵਾਲਾ ਜਦ ਤੱਕ ਆਪਾਂ ਰੂਟ ਪੱਟ ਕੇ ਨਹੀਂ ਆਵਾਂਗੇ। ਕੋਈ ਗੰਦੇ ਵਿਚਾਰ ਹੈਗੇ ਨੇ ਉਹਦੇ ਰੂਟ ਤੱਕ ਜਾਣਾ ਜ਼ਰੂਰੀ ਹੈ, ਔਰ ਰੂਟ ਤੱਕ ਜਾਣ ਵਾਸਤੇ ਗਿਆਨ ਜ਼ਰੂਰੀ ਹੈ। ਗਿਆਨ ਦੇ ਥਰੂ ਜਿਹੜਾ ਉਸ ਨੂੰ ਕੀਤਾ ਜਾ ਸਕਦਾ ਹੈ, ਬਸ ਗਿਆਨ ਦੇ ਥਰੂ। ਅੰਦਰ ਜਦ ਗਿਆਨ ਜਾਏਗਾ ਜੜ੍ਹਾਂ ਵਿੱਚ ਤਾਂ ਫਿਰ ਚੀਜ਼ਾਂ ਜਿਹੜੀਆਂ ਨੇ ਵਾਪਰਨਗੀ ਠੀਕ ਠੀਕ। ਔਰ ਪ੍ਰੋਗਰਾਮਿੰਗ ਜਿਹੜੀ ਹੈ ਜੜ ਤੋਂ ਠੀਕ ਕਰਨੀ ਪੈਂਦੀ ਹੈ। ਇੱਕ ਗੱਲ ਹੋਰ ਦੱਸ ਦੇਣਾ ਹੈ, ਉਹ ਜਿਹੜੀ ਲਾਈਟ ਗੁਰੂ ਸਾਹਿਬ ਦੱਸ ਰਹੇ ਨੇ ਕਿ ਮਨ ਤੂੰ ਜੋਤ ਸਰੂਪ ਹੈ, ਔਰ ਪਹਿਲੇ ਗੁਰੂ ਸਾਹਿਬ ਇਹ ਦੱਸ ਰਹੇ ਨੇ ਕਿ ਚਾਰ ਚੀਜ਼ਾਂ ਘੜਦੀਆਂ ਨੇ। ਸੁਰਤ ਪਹਿਲੀ ਰੱਖੀ ਹੋਈ ਹੈ, ਸੁਰਤ, ਮਤ, ਮਨ, ਬੁੱਧ। ਸੁਰਤ ਨੂੰ ਸਮਝਣਾ ਜ਼ਰੂਰੀ ਹੈਗਾ। ਸੁਰਤ ਹੈਗੀ ਨਿਊਟਰਲ, ਬਾਡੀ ਵੀ ਨਿਊਟਰਲ ਹੈਗੀ। ਮਤ ਜਿਸ ਤਰ੍ਹਾਂ ਆਪਾਂ ਬਣਾਵਾਂਗੇ ਉਸ ਤਰ੍ਹਾਂ ਬਣੇਗੀ। ਉਹ ਮਾइंड ਜਿਹੜਾ ਚਲੇਗਾ ਮਤ ਦੇ ਥਰੂ ਵੀ, ਔਰ ਜਿਹੜਾ ਆਪਾਂ ਕੋਈ ਵੀ ਚੀਜ਼ ਦੇਖ ਲੈਂਦੇ ਹਾਂ, ਦ੍ਰਿਸ਼ ਦੇਖ ਲੈਂਦੇ ਹਾਂ, ਉਸ ਹਿਸਾਬ ਨਾਲ ਵੀ ਮਨ ਚੱਲਦਾ। ਔਰ ਪੰਜ ਵਿਕਾਰ ਔਰ ਦੋ ਚੀਜ਼ਾਂ ਜਿਹੜੀ ਹੈਗੀਆਂ ਨੇ, ਡਰ ਔਰ ਆਲਸ, ਇਹ ਸੱਤਾਂ ਚੀਜ਼ਾਂ ਜਿਹੜੀਆਂ ਮਾइंड ਦੇ ਉੱਤੇ ਪ੍ਰਭਾਵ ਪਾਉਂਦੀਆਂ ਨੇ, ਔਰ ਇਹਨਾਂ ਦੇ ਥਰੂ ਜਿਹੜਾ ਸੰਚਾਲਨ ਹੁੰਦਾ।
ਲੇਕਿਨ ਸੁਰਤ ਜਿਹੜੀ ਸਭ ਤੋਂ ਪਹਿਲੀ ਜਿਹੜੀ ਗੁਰੂ ਨਾਨਕ ਦੇਵ ਜੀ ਨੇ ਲਿਖੀ ਹੈ ਉਸ ਨੂੰ ਸਮਝ ਲਓ। ਸੁਰਤ ਵੀ ਤੁਹਾਨੂੰ ਕੋਈ ਚੀਜ਼ ਦਿਖੇਗੀ ਨਹੀਂ। ਸੁਰਤ ਨੂੰ ਸਮਝਣ ਵਾਸਤੇ ਹਰ ਮਨੁੱਖ ਦੇ ਅੰਦਰ 3 ਚੀਜ਼ਾਂ ਰਹਿੰਦੀਆਂ ਨੇ। ਇੱਕ ਰਹਿੰਦਾ ਬਈ ਉਹਦੀ ਵਿਲ ਪਾਵਰ, ਦੂਜੀ ਰਹਿੰਦੀ ਹੈ ਪ੍ਰਯਤਨ, ਐਫਰਟਸ, ਔਰ ਤੀਜੀ ਰਹਿੰਦੀ ਹੈ ਗਿਆਨ। ਇਹ 3 ਚੀਜ਼ਾਂ ਜਿਹੜੀਆਂ ਨੇ ਆਤਮਾ ਦੇ ਅੰਦਰ ਰਹਿੰਦੀਆਂ ਨੇ, ਜਿਸ ਦੀ ਕਿਰਨ ਨੂੰ ਆਪਾਂ ਸੁਰਤ ਆਖਦੇ ਹਾਂ। ਕੋਈ ਵੀ ਆਤਮਾ ਰਹੇਗੀ ਉਹਦੇ ਵਿੱਚ ਗਿਆਨ ਰਹੇਗਾ। ਥੋੜਾ ਬਦਲਾਓ ਅਲੱਗ ਗੱਲ, ਗਿਆਨ ਰਹੇਗਾ। ਇੱਕ ਛੋਟੇ ਜਿਹੇ ਬੱਚੇ ਵਿੱਚ ਵੀ ਗਿਆਨ ਰਹਿੰਦਾ। ਉਹ ਚੀਕਦਾ ਪੁਕਾਰਦਾ ਤਾਂ ਮਾਂ ਉਸ ਨੂੰ ਦੁੱਧ ਦਿੰਦੀ, ਉਸ ਨੂੰ ਸਮਝ ਆ ਜਾਂਦਾ ਕਿ ਮੈਂ ਰੋਵਾਂਗਾ ਤੇ ਮੇਰੀ ਮਦਰ ਜਿਹੜੀ ਦੁੱਧ ਦੇਗੀ। ਇਸ ਪ੍ਰਕਾਰ ਥੋੜਾ ਬਹੁਤ ਗਿਆਨ ਹਰ ਆਤਮਾ ਦੇ ਅੰਦਰ ਰਹਿੰਦਾ। ਵਿਲ ਪਾਵਰ ਰਹਿੰਦੀ ਹੈ, ਇੱਛਾ ਸ਼ਕਤੀ, ਔਰ ਐਫਰਟਸ। ਰੋਣ ਦੇ ਵੀ ਐਫਰਟ ਕਰਦਾ, ਹੱਥ ਪੈਰ ਵੀ ਮਾਰਦਾ। ਇਹ ਆਤਮਾ ਦੇ ਗੁਣ ਹੈਗੇ ਨੇ। ਜੇ ਤੁਸੀਂ ਗਿਆਨ ਅਰਜਿਤ ਕਰ ਰਹੇ ਹੋ ਜਾਂ ਬਾਲਾ ਕਰ ਲਿਆ, ਸਮਝ ਲਓ ਤੁਹਾਡੀ ਆਤਮਾ ਪ੍ਰਬਲ ਹੈ। ਜੇ ਤੁਸੀਂ ਯਤਨਸ਼ੀਲ ਹੋ, ਪ੍ਰਯਤਨ ਕਰ ਰਹੇ ਹੋ, ਤੁਹਾਡੀ ਆਤਮਾ ਪ੍ਰਬਲ ਹੈ। ਔਰ ਯਦि ਤੁਸੀਂ ਡਿਟਰਮਾਈਨ ਹੋ ਕਿ ਮੈਂ ਇਹ ਕੰਮ ਕਰਨਾ ਸੋ ਕਰਕੇ ਹੀ ਰਹਿਣਾ, ਇੱਛਾ ਸ਼ਕਤੀ ਉਸ ਨੂੰ ਆਖਦੇ ਨੇ, ਵਿਲ ਪਾਵਰ, ਇਹ ਚੀਜ਼ ਪ੍ਰਬਲ ਹੈ, ਤੇ ਸਮਝੋ ਤੁਹਾਡੇ ਅੰਦਰ ਲਾਈਟ ਜਿਹੜੀ ਹੈ ਬਹੁਤ ਹੈ। ਲੇਕਿਨ ਲਾਈਟ ਨੂੰ ਅਜੇ ਸਮਝਣ ਵਾਸਤੇ ਮਨ ਜਿਹੜਾ ਨਾ ਤੁਹਾਨੂੰ ਪੁੱਠੇ ਪਾਸੇ ਲੈ ਜਾਂਦਾ। ਜੇ ਬੱਚਾ ਪੜ੍ਹਨ ਵਿੱਚ ਤੇਜ਼ ਹੈ ਜਾਂ ਖੇਡਣ ਵਿੱਚ ਤੇਜ਼ ਹੈ, ਸਮਝਣ ਵਿੱਚ ਤੇਜ਼ ਹੈ, ਤੇ ਉਹਦੀ ਆਤਮਾ ਪ੍ਰਬਲ ਹੈ। ਇੱਛਾ ਸ਼ਕਤੀ ਉਹਦੀ ਕਿ ਬਈ ਮੈਂ ਇਹ ਬਣਨਾ ਹੈ, ਬਣ ਕੇ ਦਿਖਾ ਦੇਗਾ, ਤੇ ਸਮਝੋ ਉਹਦੀ ਆਤਮਾ ਪ੍ਰਬਲ ਹੈ। ਪ੍ਰਯਤਨ ਤਾਂ ਹੀ ਕਰੇਗਾ ਜਦ ਇੱਛਾ ਹੋਏਗੀ, ਪ੍ਰਯਤਨਸ਼ੀਲਤਾ, ਐਫਰਟਸ। ਇਹ 3 ਗੁਣ ਹਨ ਤੇ ਸਮਝੋ ਆਤਮਾ ਪ੍ਰਬਲ ਹੈ। ਉਹ ਜਿਹੜੀ ਲਾਈਟ ਹੈ ਉਹ ਸਟਰੋਂਗ ਹੈ। ਲੇਕਿਨ ਇਸ ਲਾਈਟ ਨੂੰ ਰੋਕਣ ਵਾਸਤੇ ਵੀ ਕਈ ਮਾਇਆਵੀ ਜਾਲ ਜਿਹੜਾ ਨਾ ਮਨ ਬੁੰਦਾ ਰਹਿੰਦਾ। ਉਹ ਸਾਰਾ ਖੇਡ ਜਿਹੜਾ ਹੈ ਆਪਣੇ ਅੰਦਰ ਦੀ ਜੋਤੀ ਨੂੰ ਜਗਾ ਕੇ ਹੇਠਾਂ ਜੜ੍ਹਾਂ ਤੱਕ ਜਾਣਾ ਪੈਂਦਾ। ਜਿਹੜਾ ਅਨਕੌਂਸ਼ੀਅਸ ਮਾਈਂਡ ਜਿਸ ਨੂੰ ਮੈਂ ਦੱਸਿਆ, ਜਿਹੜੀ ਰੂਟਸ ਹੈਗੀ ਨੇ, ਉੱਥੋਂ ਤੱਕ ਜਾ ਕੇ ਗਿਆਨ ਲੈ ਜਾਏਗਾ ਤੁਹਾਨੂੰ।